ਇਹ ਅਸੀਂ ਕਿਉਂ ਖਰੀਦੀਏ, ਮਤਲਬ ਉਹਨਾਂ ਕਿਉਂ ਦਾ ਸਵਾਲ ਹੈਗਾ ਸੀ ਵੀ ਇਹਦਾ ਫਾਇਦਾ ਕੀ ਹੈ। ਜਿਹੜੀ ਹੁਣ ਕਣਕ ਦੀ ਚੱਲ ਰਹੀ ਹੈ ਕਟਾਈ, ਉਹਦੇ ਤੇ ਆਣ ਕੇ ਜਿੱਥੇ ਮਰਜ਼ੀ ਡਿੱਲਾਂ ਦੇ ਫਿਰ ਡਿੱਲਾਂ ਨੇ ਐਵੇਂ ਫੇਰਦਾ ਜਿਵੇਂ ਉੱਤੇ ਰੂਲਾ ਚੜਾ ਦੀਦਾ, ਇੰਨੀ ਸਫਾਈ ਆਂਦੀ, ਕਲਰ ਵੀ ਨਹੀਂ ਹੁੰਦਾ। ਇਹ ਵੇਖੋ ਇੱਥੇ ਵੈਲਡ ਹੋਇਆ, ਇੱਥੇ ਵੇਖੋ ਵੈਲਡ ਨਹੀਂ ਲੱਭਦਾ ਪਿਆ। ਉਹਨਾਂ ਪਟੀਨ ਕੀਤੀ, ਪਟੀਨ ਕਰਕੇ ਉਹਨਾਂ ਪਾਲ ਫੁੱਟ ਰੱਖ ਕੇ ਤੇ ਪਾਕਿਸਤਾਨੀ ਪੁਲ ਤੱਕ ਮੈਂ 4 ਤੋਂ 5 ਦਫਾ ਵੇਖਿਆ ਪਿੱਛੇ ਪਹੁੰਚ ਕੇ, ਵੀ ਇੰਜ ਲੱਗਦਾ ਜਿਵੇਂ ਮਰ ਕਰਾਇਆ ਹੀ ਕੋਈ। ਅੱਛਾ, ਵੀ ਉਹ ਜੰਪ ਜ ਖਤਮ ਹੋ ਗਿਆ। ਅਕਸਰ ਉਹ ਕੋਈ ਜੰਪ ਲੱਗਣਾ ਤੇ ਹੁੱਕ ਤੇ ਸੱਟ ਪੈਂਦੀ, ਸਹੀ ਹੋ ਗਿਆ। ਡਰਾਈਵਰ ਨੂੰ ਮਹਿਸੂਸ ਹੁੰਦਾ ਵੀ ਉਹ ਜੰਪ ਜਿਹੜਾ ਲੱਗਦਾ ਸੀ ਉਹ ਟਾਇਰ ਕਰ ਜਾਂਦੇ ਸੀ। अस्सलाम वालेकुम जी, तमाम दोस्तों ਨੂੰ किसान पाकिस्तान ਵਿੱਚ खुश आमदीद। ਤੇ ਦੋਸਤੋ ਅੱਜ ਜਨਾਬ ਇੱਥੇ ਲੇਜ਼ਰ ਚੱਲ ਰਹੀ ਹੈ ਜਨਾਬ, ਤੇ ਨਵੀਂ ਕਿਸਮ ਦਾ ਲੇਜ਼ਰ ਹੈ ਜਨਾਬ। 4 ਟਾਇਰਾਂ ਵਾਲਾ ਤੇ ਅਲੱਗ-ਅਲੱਗ ਟਾਇਰ ਨੇ, 2 ਟਾਇਰ ਅੱਗੇ ਤੇ 2 ਜਨਾਬ ਪਿੱਛੇ। 385 ਜਨਾਬ ਬਾਈ ਉਰੀ ਜਿਹੜਾ ਇਹਦੀ ਸੈਟਿੰਗ ਕਰ ਰਹੇ ਨੇ, ਤੇ ਤੁਹਾਨੂੰ ਇਹਦੀ ਪਰਫਾਰਮੈਂਸ ਵੀ ਵਿਖਾਣਾ ਹੈ, ਤੇ ਬਾਈ ਨਾਲ ਆਪਾਂ ਚੰਦ ਗੱਲਾਂ ਵੀ ਕਰਸਾਂ, ਪੁੱਛਸਾਂ ਕਿ ਇਹ ਨਵੇਂ ਡਿਜ਼ਾਈਨ ਦਾ ਜਨਾਬ ਲੇਜ਼ਰ ਕਰਾਇਆ ਤੇ ਇਹਦੇ ਟਾਇਰ ਜਿਹੜੇ ਅੱਗੇ ਪਿੱਛੇ ਨੇ, ਜਾਂ ਮਤਲਬ ਹੈ ਵੀ ਇਹ ਕੰਪਨੀ ਮਲਟੀ ਲੇਜ਼ਰ ਸੋਲਿਊਸ਼ਨ ਵਾਲਿਆਂ ਦਾ ਜਨਾਬ ਕਿਰਾਇਆ ਹੈ। ਤੇ ਇਹ ਕੰਪਨੀ ਜਿਹੜਾ 4 ਟਾਇਰ 6 ਟਾਇਰ ਅੱਗੇ ਪਿੱਛੇ ਇਹ ਜਿਹੜਾ ਸਾਰਾ ਚੇਂਜ ਕਰ ਰਹੇ ਨੇ, ਇਹਦਾ ਕੋਈ ਫਾਇਦਾ ਵੀ ਹੈ ਜਾਂ ਨਹੀਂ ਫਾਇਦਾ? ਬਾਈ ਦਾ ਤਜਰਬਾ ਜਿਹੜਾ ਉਹ ਕੀ ਕਹਿੰਦਾ ਹੈ? अस्सलाम वालेकुम भाई जी। वालेकुम सलाम भाई जी, पहले तो दोस्तों तारफ करांदे चलो जी कि अपना नाम दसो और आप केड़े एरिया विच इस टाइम मौजूद हैं। बिस्मिल्लाह रहमान रहीम। शुरू करदा अल्लाह दे उस नाम तो जेड़ा बड़ा मेहरबान निहायत रहम वाला है। मैं जनाब, मेरा नाम यासर अब्बास है, जिला टक्स कोड़े सयाल नज़दीक राज्यवाल जी दी मेरी रहायश है, तो मैं इस ट्रैक्टर दे बैक मजदूरी करना। अच्छा, ठीक हो गया जी। तो ये भाई जी यासर भाई, अपना जेड़ा एक्सपीरियंस कितना को है? मैं सर 2007 तो लैके हुण तक चला रहा। ठीक हो अल्हम्दुलिल्लाह। ते ट्रैक्टर केड़े केड़े चलाए ने? ट्रैक्टर फिगर चलाया है, रूसी चलाया है, 85 चला रहे हैं लगातार। लेज़र जेड़ा ये केड़े केड़े किराए ते चलाया? लेज़र रूसी ते, अच्छा, फिगर ते 680, अच्छा 85 ते 75 ते नहीं। अच्छा यासर भाई, गल इवें है कि इस तो पहले लेज़र आप वेंदे रहंदे आ, जेड़े 2-4 टायरां वाले इकट्ठे टायर होंदे ने 2-2, वो वेंदे रहने हैं ਤੇ ਰਵਾਇਤੀ ਲੇਜ਼ਰ ਜੀ। ਲੇਕਿਨ ਇਹ ਬੜੇ ਦਿਨਾਂ ਦਾ ਜਨਾਬ ਇਹਨੂੰ ਦੇਖ ਤਾਂ ਰਿਹਾ ਹੈ ਜੀ, ਲੇਕਿਨ ਅੱਜ ਜਿਹੜਾ ਤੁਸੀਂ ਸਾਨੂੰ ਮਿਲ ਗਏ ਹੋ, ਆਪਾਂ ਚਲਾ ਕੇ ਵੀ ਅਸੀਂ ਵੀ ਵੇਖਣਾ ਤੁਸੀਂ ਚਲਾਓਗੇ ਜੀ। ਲੇਕਿਨ ਤੁਸੀਂ ਇਹ ਖਰੀਦਾ, ਤੁਸੀਂ ਇਹ ਕਿਉਂ ਖਰੀਦਾ ਹੈ, ਜਾਂ ਇਹਦਾ ਖਰੀਦਣ ਦਾ ਜਿਹੜਾ ਤੁਹਾਡਾ ਮਕਸਦ ਸੀ ਉਹ ਪੂਰਾ ਹੋਇਆ ਹੈ, ਜਾਂ ਇਹਦਾ ਫਾਇਦਾ ਕੀ ਹੈ ਜਿਹੜਾ ਓਕੜੂ ਜਿਹਾ ਤੇ ਬੜਾ ਹੋਰ ਜਿਹਾ ਡਿਜ਼ਾਈਨ ਦਾ ਬਣਿਆ ਹੋਇਆ ਹੈ? ਮੈਨੂੰ ਤੁਹਾਡਾ ਨਾਮ ਭੁੱਲ ਗਿਆ, ਪਹਿਲਾਂ ਦਾ ਨਾਮ ਦੱਸੋ। ਆਸਫ ਜੀ। ਆਸਫ, ਉਸਤਾਦ ਆਸਫ ਪਹਿਲੇ ਮੇਰੇ ਸਾਹਮਣੇ ਹੋ, ਇੱਥੇ ਕੋਲ ਆ। ਸਾਡੀ ਅੱਜ ਕੱਲ ਵਿਸਾਖ ਦੀ ਵਾਢੀ ਹੋ ਰਹੀ ਹੈ ਜੀ। ਵਿਸਾਖ ਯਾਨੀ ਕਿ ਕਣਕ ਦੀ ਕਟਾਈ ਹੋ ਰਹੀ ਹੈ ਜੀ। ਉਹਦੇ ਵਿੱਚ ਅਕਸਰ ਜ਼ਮੀਂਦਾਰ ਹੱਲਾ ਮਾਰ ਕੇ ਪਟਾਈ ਕਰਦੇ ਨੇ, ਜ਼ਮੀਨ ਵਾਹਤੀ ਜੀ, ਲੇਜ਼ਰ ਵਾਲਿਆਂ ਨੂੰ ਸੱਦ ਲਿਆ ਜੀ, ਭੱਜ ਜੋ ਆਜੋ ਜੀ, ਕਰ ਜੋ। ਠੀਕ ਹੋ ਗਿਆ। ਅੱਗੇ ਸਾਡਾ ਜਿਵੇਂ ਆਮ ਟਰਾਲੇ ਦਾ ਟਾਇਰ ਡਬਲ ਹੁੰਦਾ ਸੀ, ਸਾਡਾ ਟਾਇਰ ਇਹ ਹੁੰਦਾ ਸੀ, ਸਹੀ, ਯਾਨੀ ਕਿ ਇੱਕ ਜਾਨ ਹੁੰਦੀ ਸੀ। ਅਕਸਰ ਪਿੱਕਾਂ ਆ ਗਈਆਂ ਨੇ ਥੱਲੇ ਤੇ ਉਹ ਸਾਈਡ ਚ ਆ ਜਾਂਦੀ ਸੀ, ਕਿਰਾਇਆ ਖਾਲੀ ਹੋ ਜਾਂਦਾ ਸੀ ਜੀ। ਇਹ ਮੇਰਾ ਤਜਰਬਾ ਹੈ, ਤਕਰੀਬਨ ਮੈਂ ਦੂਸਰਾ ਸੀਜ਼ਨ ਹੈ ਮੈਨੂੰ ਚਲਾਉਂਦੇ ਪੈ ਨੂੰ। ਸਹੀ। ਇਹਦੇ ਵਿੱਚ ਅਸਫ ਬਈ ਢਿੱਲਾਂ ਤੇ ਆਣ ਕੇ ਕੋਈ ਪਰੇਸ਼ਾਨੀ ਨਹੀਂ ਬਣਦੀ। ਅੱਛਾ, ਅਗਰ ਢਿੱਲ ਆਉਂਦੇ ਨੇ ਨਾ, ਅਗਰ ਇਹ ਟਾਇਰ ਲੰਘਦਾ ਹੈ ਨਾ ਸਾਡਾ, ਤੇ ਇਹ ਕਵਰ ਕਰਦਾ ਹੈ। ਠੀਕ ਹੋ ਗਿਆ। ਯਾਨੀ ਕਿ ਜਿਹੜੀ ਜਾਂ ਜਿਹੜਾ ਜੰਪ ਹੈ ਉਹ। ਦੂਸਰਾ ਇਹ ਵੀ ਇਹਦੇ ਚ ਹੋਰ ਇੱਕ ਹੈਗੀ ਹੈ, ਆਮ ਕਿਰਾਏ ਨੇ ਉਹਨਾਂ ਨੂੰ ਅਸੀਂ ਲਿੰਕਾਂ ਆਮਨੇ ਸਾਹਮਣੇ ਪਾਈ ਦੀਆਂ। ਠੀਕ ਹੋ ਗਿਆ। ਇਹਦੀਆਂ ਇਹ ਲਿੰਕਾਂ ਪਈਆਂ ਨੇ, ਇਹਦਾ ਇਹ ਫਾਇਦਾ ਹੈ ਵੀ ਤੁਸੀਂ ਲਿੰਕਾਂ ਸੌੜੀਆਂ ਕਰਦੇ ਜਾਓ, ਇਹਦੇ ਵਿੱਚ ਮਿੱਟੀ ਇਕੱਠੀ ਹੁੰਦੀ ਜਾਏਗੀ। ਜਿਸ ਤਰ੍ਹਾਂ ਅਸੀਂ ਆਮ ਅਮਰੀਕਨ ਕਿਰਾਏ ਵੇਖੀ ਤਾਂ ਮਿੱਟੀ ਖਿੱਚ ਕੇ ਟਰਾਲੀਆਂ ਪਾਦੇ ਨੇ ਜਾਂ ਖਿੱਚ ਕੇ ਦੂਰ ਜਾਂਦੇ ਨੇ, ਇਹਦੇ ਵਿੱਚ ਮਿੱਟੀ ਜਮ੍ਹਾਂ ਹੁੰਦੀ ਹੈ, ਟਰੈਕਟਰ ਹੌਲਾ ਚੱਲਦਾ ਹੈ। ਠੀਕ ਹੋ ਗਿਆ। ਮੈਂ ਚਲਾ ਕੇ ਤੁਹਾਨੂੰ ਵਿਖਾ ਦੇਣਾ, ਕਿਰਾਇਆ ਭਰ ਕੇ ਵੀ ਵਿਖਾਵਾਂਗਾ, ਮੇਰਾ ਗੁੱਡੀ ਸਲਿੱਪ ਮਾਰੇ ਮੈਂ ਜ਼ਿੰਮੇਦਾਰ ਹੋਵਾਂਗਾ। ਸਹੀ। ਯਾਨੀ ਕਿ ਗੱਲ ਕਰਨ ਦਾ ਮਕਸਦ ਹੈ, ਆਮ ਕਿਰਾਇਆ 6.5 ਤੋਂ ਵੀ ਸ਼ੁਰੂ ਹੁੰਦਾ, ਜੇ ਮਰਜ਼ੀ ਲੈ ਲਈਏ 6.5 ਦਾ, ਉਹ ਵੀ ਤਾਂ ਕਿਰਾਇਆ ਹੀ ਹੈ। ਜੀ ਜੀ। ਇਹ ਵੀ ਕਿਰਾਇਆ ਮੈਨੂੰ 13-13.5 ਲੱਖ ਭਰੇ ਦਾ ਫਾਇਦਾ ਹੈ। ਕਿ ਇੱਕ ਤਾਂ ਮੈਨੂੰ ਡੀਜ਼ਲ ਦੀ ਐਵਰੇਜ ਦਾ ਫਰਕ ਆਉਂਦਾ ਹੈ। ਸਹੀ। ਯਾਨੀ ਕਿ ਘੰਟੇ ਮਗਰ ਮੈਂ ਪੌਣਾ ਲੀਟਰ ਮੈਂ ਬਚਾਣਾ ਜੀ। ਮੇਰੇ ਕੋਲ ਟੈਂਕੀ ਹੁਣ ਵੀ ਭਰੀ, ਬਿਲਾ ਸ਼ੱਕ ਮੈਂ ਤੁਹਾਨੂੰ ਵਿਖਾ ਦੇਣਾ ਤੇ ਤੁਹਾਨੂੰ ਘੰਟਾ ਚਲਾ ਕੇ ਵਿਖਾ ਦੇਣਾ, ਉਹਦੇ ਚ ਤੁਹਾਡੇ ਜੋ ਕੁਝ ਹੋਵੇਗਾ ਤੁਹਾਡੇ ਸਾਹਮਣੇ ਹੈ। ਕਿਉਂਕਿ ਮੈਂ ਤਾਂ ਚਲਾ ਕੇ ਜਿਹੜਾ ਮੈਂ ਚਲਾਇਆ, ਮੈਂ ਤਾਂ ਉਹ ਗੱਲ ਕਰਦਾ ਪਿਆ ਨਾ ਜੀ। ਮੈਂ ਤਾਂ ਤੁਹਾਨੂੰ ਚਲਾ ਕੇ ਵਿਖਾ ਕੇ ਨਾਪ ਕੇ ਫਿਰ ਆਪ ਵੇਖ, ਤੁਹਾਡਾ ਵੀ ਤੁਹਾਨੂੰ ਪਤਾ ਹੋਵੇ ਵੀ ਤੁਸੀਂ ਇੰਨਾ ਪੰਦ ਕੀਤਾ ਜਾਂ ਮੈਨੂੰ ਮਿਲ ਗਿਆ ਜੇ, ਤੇ ਤੁਹਾਨੂੰ ਇਹ ਵਿਖਾ ਦੇਣੇ। ਅੱਛਾ यासर भाई ना, ਸਾਡਾ ਅੱਜ ਇੱਥੇ ਮਤਲਬ ਹੈ ਤੁਹਾਡੀ ਵੀਡੀਓ ਬਣਾਉਣ ਦਾ ਜਾਂ ਤੁਹਾਡਾ ਰਿਵਿਊ ਲੈਣ ਦਾ ਮਕਸਦ ਇਹ ਸੀ ਵੀ ਲੋਕ ਪੁੱਛਦੇ ਵੀ ਪਹਿਲੇ ਅਸੀਂ ਲੇਜ਼ਰ ਚਲਾ ਜੋ ਰਹੇ ਹਾਂ ਜਿਹੜੇ ਪਹਿਲੇ ਰਵਾਇਤੀ ਹੈਗੇ ਨੇ, ਇਹ ਅਸੀਂ ਕਿਉਂ ਖਰੀਦੀਏ?
ਮਤਲਬ ਉਹਨਾਂ ਕਿਉਂ ਦਾ ਸਵਾਲ ਹੈਗਾ ਸੀ ਹਾਂਜੀ ਵੀ ਇਹਦਾ ਫਾਇਦਾ ਕੀ ਹੈ। 3 ਫੋਰਸ ਮੇਰੇ ਮਾਲਕ ਦੀ ਜਿਹੜਾ 2 ਜਨਾਂ ਦਾ ਪਾਲਣ ਵਾਲਾ ਹੈ। ਬੇਸ਼ੱਕ ਜੀ। ਤੇ ਇਨਸ਼ਾਅੱਲਾ ਜਿਹੜਾ ਵੀ ਲਾਇਆ ਦਾ ਜਾਂ ਜਿਹੜਾ ਚਲਾਵੇਗਾ ਹੋਰ ਆਪਣੇ ਜਿਹੜੇ ਰੈਂਟ ਤੇ ਚਲਾਉਂਦੇ ਨੇ ਕੈਰੇਜ ਕਰਦੇ ਨੇ ਉਹਨਾਂ ਨੂੰ ਕੀ ਫਾਇਦਾ ਹੈ ਜਾਂ ਮਾਲਕ ਫਾਇਦਾ ਹੈ। ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਬਬਲਿੰਗ ਨਹੀਂ ਕਰਦਾ, ਫਿਰ ਉਸ ਤੋਂ ਬਾਅਦ ਮਿੱਟੀ ਦੀ ਛਿਕਾਈ ਚੰਗੀ ਕਰਦਾ ਹੈ, ਟਰੈਕਟਰ ਤੇ ਲੋਡ ਨਹੀਂ ਪਾਉਂਦਾ। ਬਿਲਕੁਲ ਜਦੋਂ ਲੋਡ ਨਹੀਂ ਪਾਉਂਦਾ ਤਾਂ ਜ਼ਾਹਿਰ ਹੈ ਕਿ ਐਵਰੇਜ ਵੀ ਫਿਰ ਟਰੈਕਟਰ ਅੱਛੀ ਦੇਵੇਗਾ। ਅੱਛਾ ਤੁਸੀਂ ਚੈੱਕ ਕੀਤਾ ਕਿ ਐਵਰੇਜ ਵਿੱਚ ਫਰਕ ਤਕਰੀਬਨ ਉਹਨੂੰ ਨਾ ਖਿਚਾਈ ਅੱਗੋਂ ਦੀ ਹੈ। ਅੱਛਾ ਯਾਨੀ ਕਿ ਜਦੋਂ ਟਰੈਕਟਰ ਖਿੱਚਦਾ ਅਗਲੀ ਸਾਈਡ ਨਪੀਂਦੀ ਹੈ। ਸਹੀ ਨਪੀਜ ਕੇ ਜਦੋਂ ਖਿੱਚਦਾ ਉਦੋਂ ਟਰੈਕਟਰ ਤੇ ਬੋਝ ਪੈਂਦਾ ਹੈ। ਠੀਕ ਹੋ ਗਿਆ। ਇਹਦੇ ਚ ਤੁਸੀਂ ਨਜ਼ਰ ਮਾਰੋ, ਇਹਨੂੰ ਖਿਚਾਈ ਪਿੱਛੋਂ ਹੈ। ਜਿਹੜਾ ਬੂਮ ਹੈ ਨਾ, ਠੀਕ ਹੋ ਗਿਆ, ਇਹਨੂੰ ਇਹ ਖਿਚਾਈ ਪਿੱਛੋਂ ਹੈ। ਹਾਂਜੀ ਇਹ ਪਿੰਨਾ ਪਾਈਆਂ ਨੇ, ਇੱਕ ਪਰਲੀ ਸਾਈਡ ਤੇ ਕੁਲੀ ਸਾਈਡ ਤੇ ਬਿਲਕੁਲ ਪਿੰਨਾ ਪਾਈਆਂ ਸਿਰਫ ਐਂ ਦੀ ਐਡਜਸਟ ਹੈਗੀ ਹੈ। ਜੀ ਜਿਸ ਤਰ੍ਹਾਂ ਆਪਾਂ ਆਮ ਹੱਲਾਂ ਤੇ ਇਹਨੂੰ ਸੇਵਕ ਕਰ ਲਈਏ, ਉਕੜੂ ਕਰ ਲਈਏ, ਇਹ ਸਿਰਫ ਉਸ ਵਾਸਤੇ ਨੇ। ਠੀਕ ਹੋ ਇਹਦਾ ਸਿਰਫ ਫਾਇਦਾ ਹੈ ਵੀ ਇਹ ਪਿੱਛੋਂ ਖਿਚਾਈ ਹੌਲਾ ਚੱਲਦਾ ਹੈ ਜੀ। ਹੋਰ ਇਹ ਨਹੀਂ ਵੀ ਉਹ ਵੀ ਕਿਰਾਇਆ ਹੈ। ਸਹੀ ਜਿਹੜਾ 6.5 ਲੱਖ ਦਾ ਹੈ ਜੀ, ਇਹ 13.5 ਲੱਖ ਦਾ ਹੈ, ਇਹ ਵੀ ਕਿਰਾਇਆ ਹੈ। ਮਤਲਬ ਹੈ 13.5 ਲੱਖ ਰੁਪਈਆ ਪੂਰਾ ਕਰਦਾ ਵੀ ਆਦਾ। ਹਾਂ ਇਨਸ਼ਾਅੱਲਾ, ਕਿਉਂ ਨਹੀਂ ਇਨਸ਼ਾਅੱਲਾ। ਤੁਸੀਂ ਫਿਰ ਵੇਖੋ ਮੈਂ ਕੰਮ ਕਿਰਾਇਆ ਬਣਵਾਇਆ, ਉਹਨਾਂ ਜਨਾਬ ਮੈਨੂੰ 3 ਕੋਟ 3 ਪੇਂਟ ਦੇ ਕੋਟ ਉਹਨਾਂ ਕੀਤੇ ਨੇ। ਸਹੀ। ਫਿਰ ਜਨਾਬ ਜਿੱਥੇ ਕਹਿੰਦੇ ਮੈਂ ਤੁਹਾਨੂੰ ਹੱਥ ਮਾਰ ਕੇ ਵਿਖਾ ਦੇਣਾ। ਹਾਂ ਬਈ ਇਹ ਚੀਜ਼ ਬੜੀ ਪਿਆਰੀ, ਜਿਵੇਂ ਤਾਂ ਗੱਡੀਆਂ ਦਾ ਕਲਰ ਵੀ ਨਹੀਂ ਹੁੰਦਾ। ਇਹ ਵੇਖੋ ਇੱਥੇ ਵੈਲਡ ਹੋਇਆ, ਇੱਥੇ ਵੇਖੋ ਵੈਲਡ ਨਹੀਂ ਲੱਭਦਾ ਪਿਆ। ਉਹਨਾਂ ਪਟੀਨ ਕੀਤੀ, ਪਟੀਨ ਕਰਕੇ ਉਹਨਾਂ ਬੜਾ ਸਭ ਇੰਜ ਲੱਗਦਾ ਲੋਹਾ ਪਾ ਕੇ ਉਹਨਾਂ ਸਾਰਾ ਕੁਝ ਬਾਹਰ ਕੱਢਿਆ। ਸਹੀ ਗੱਲ ਹੈ। ਤੇ ਇਸ ਤਰ੍ਹਾਂ ਕਰਕੇ ਜ਼ਬਰਦਸਤ ਬਣਾਇਆ ਜਨਾਬ ਜੀ। ਤੇ ਦੂਸਰਾ ਇਨਸ਼ਾਅੱਲਾ ਵੇਖੋ ਪੇਂਟ ਦੇ ਜਿਹੜੇ ਮਰਜ਼ੀ ਹਿੱਸੇ ਤੇ ਲੱਗਿਆ ਬੂਮ। ਹਾਂ ਜਿਹੜਾ ਹਿੱਸੇ ਤੇ ਮੈਂ ਤੁਹਾਨੂੰ ਤੁਹਾਡਾ ਚਿਹਰਾ ਵਿਖਾ ਦੇਣਾ। ਅੱਛਾ ਕਿੰਨੀ ਦੇਰ ਮਤਲਬ ਹੈ ਵੀ ਜਿਹੜਾ ਚੱਲ ਗਿਆ ਹੈ ਇਹ ਮੇਰੇ ਕੋਲ ਜਨਾਬ ਚੱਲੇ ਨੂੰ ਹੋ ਗਿਆ ਜੇ ਮੈਂ ਆਲਮਾ ਦੇ 10ਵੇਂ ਮਹੀਨੇ ਚ ਲਿਆਂਦਾ ਹੈ। ਯਾਨੀ ਕਿ 4-5 ਮਹੀਨੇ। ਅੱਜ ਵੀ ਐਵੇਂ ਮਹਿਸੂਸ ਹੋ ਰਿਹਾ ਅੱਜ ਵੀ ਵੇਖ ਜਿੱਥੇ ਤੁਹਾਡਾ ਦਿਲ ਕਰਦਾ ਹੈ ਇਹ ਵੇਖੋ। ਸਹੀ। ਇਹਦੀ ਚਮਕ ਵੇਖੋ। ਹਾਂ ਬਿਲਕੁਲ ਨਜ਼ਰ ਆ ਰਹੀ ਹੈ। ਹਾਂ ਦੋਸਤੋ ਤੁਹਾਨੂੰ ਵੀ ਅਕਸ ਨਜ਼ਰ ਆ ਰਹੀ ਹੋਣਾ, ਮੇਰਾ ਵਿੱਚ ਮੋਬਾਈਲ ਵੀ ਨਜ਼ਰ ਆ ਰਹੀ ਹੋਣਾ। ਇਹ ਹੈ ਇਹਨਾਂ ਦੀ ਮਤਲਬ ਹੈ ਵੀ ਪਿਓਰਿਟੀ ਬਿਲਕੁਲ ਹੈ। ਹਾਲਾਂਕਿ ਆਮ ਰੰਗ ਕਰਕੇ ਵੀ ਉਹ ਦੇ ਸਕਦੇ ਨੇ। ਬਸ ਠੀਕ ਹੈ ਜੀ, ਸਾਡਾ ਕੰਮ ਚੱਲ ਗਿਆ, ਹੁਣ ਸਾਡੀ ਗੱਡੀ ਚੱਲੀ ਹੈ ਤੇ ਚਲੋ ਚੱਲਦੀ ਪਈ ਹੈ। ਲੇਕਿਨ ਨਹੀਂ, ਉਹ ਚੀਜ਼ ਨੂੰ ਵੱਧ ਤੋਂ ਵੱਧ ਬਣਾ ਰਹੇ ਨੇ। ਕਿ ਮੈਨੂੰ ਕੋਈ ਨਾ ਮਲਟੀ ਵਾਲੀ ਰਿਸ਼ਵਤ ਕੋਈ ਨਹੀਂ ਦੇਤੀ ਵੀ ਸਾਡਾ ਮੀਆਂ ਜਿੱਥੇ ਆਵੇ ਸਹੀ ਹੈ ਵੀ ਸਾਡਾ ਐਡ ਦੇਣਾ ਹੈ, ਸਾਡਾ ਐਡ ਦੇਣੀ ਜਾਂ ਸਾਡੀ ਤਾਰੀਫ ਕਰਨੀ। ਤਾਰੀਫ ਉਸ ਮੇਰੇ ਮਾਲਕ ਦੀ ਜਿਹੜਾ 2 ਜਨਾਂ ਦਾ ਪਾਲਣ ਵਾਲਾ ਹੈ। ਬੇਸ਼ੱਕ ਜੀ। ਤੇ ਇਨਸ਼ਾਅੱਲਾ ਜਿਹੜਾ ਵੀ ਲਾਇਆ ਦਾ ਜਾਂ ਜਿਹੜਾ ਚਲਾਵੇਗਾ। ਹੋਰ ਇੱਕ ਦਿਨ ਮੈਂ ਵੀ ਵੇਖ ਰਿਹਾ ਸੀ ਟਿਕਟੌਕ ਤੇ, ਯਾਸਰ ਭਾਈ ਅਸੀਂ ਵੀ ਤੁਹਾਨੂੰ ਰਸਤੇ ਤੇ ਇਸ ਪਰ ਰੋਕਾ ਹੈ, ਨਾ ਸਾਨੂੰ ਕੰਪਨੀ ਭੇਜਿਆ ਹੈ, ਨਾ ਤੁਸੀਂ ਸਾਨੂੰ ਬੁਲਾਇਆ। ਬਿਲਕੁਲ ਇਹ ਤਾਂ ਗੱਲ ਸਾਡੇ ਰੋਕਣ ਦਾ ਮਕਸਦ ਇਹ ਹੀ ਸੀ ਕਿ ਤੁਸੀਂ ਇਹ ਚਲਾ ਰਹੇ ਹੋ ਕਿਉਂਕਿ ਤੁਹਾਡਾ ਤਜਰਬਾ ਵੀ ਹੈ, ਤੁਸੀਂ ਇਹਨੂੰ ਚਲਾ ਰਹੇ ਹੋ, ਤੁਸੀਂ ਇੱਕ ਅੱਛਾ ਰਿਵਿਊ ਦੇ ਸਕਦੇ ਹੋ ਔਰ ਲੋਕ ਇਹਨੂੰ ਕਿਉਂ ਖਰੀਦਣ ਉਹਦਾ ਜਵਾਬ ਦੇ ਸਕਦੇ ਹੋ। ਬਿਲਕੁਲ ਇਹ ਗੱਲ ਹੈ ਜੀ। ਹਾਂ ਜਿਸ ਤਰ੍ਹਾਂ ਕੋ ਮਰਜ਼ੀ ਪੁੱਛ ਸਕਦਾ। ਇਹ ਮਸ਼ੀਨ ਆਪਾਂ ਕਿਹੜੀ ਖਰੀਦੀ ਸੀ, ਮਤਲਬ ਇਹ ਕਿਹੜੀ ਮਸ਼ੀਨ ਹੈ? ਪਹਿਲੇ ਮੇਰੇ ਕੋਲ LL 711 ਸੀ। ਸਹੀ। ਤੇ ਉਹ ਠੀਕ ਹੈਗੀ ਸੀ, ਯਾਨੀ ਕਿ ਉਹਦਾ ਥੋੜਾ ਜਿਹਾ ਮਸਲਾ ਆਇਆ। ਇਹ ਵੀ ਇਸ ਕੰਪਨੀ ਕੋਲ ਹੀ ਲਈ ਹੈ, ਮਲਟੀ ਲੇਜ਼ਰ ਵਾਲੇ ਕੋਲ ਲਈ ਹੈ। ਠੀਕ ਹੋ ਗਿਆ। ਲੇਕਿਨ ਇਹ ਚੀਜ਼ ਹੈ ਇਹ ਲੇਜ਼ਰ ਬਰੀਕ ਹੈ। ਸਹੀ। ਯਾਨੀ ਕਿ ਜਿਹੜੇ ਦੂਰ ਜਾਂਦਾ ਸੀ ਨਾ 3-4 ਕਿਲਿਆਂ ਤੇ ਉਹਦੀ ਫਲੈਸ਼ਿੰਗ ਲਾਈਟ ਜਿਹੜੀ ਸੀ ਨਾ ਲੇਜ਼ਰ ਲਾਈਟ ਉਹ ਮੋਟੀ ਹੋ ਜਾਂਦੀ ਸੀ। ਉਹਦੇ ਵਿੱਚ ਹੀ ਹਰੇ ਸ਼ਾਰੇ ਬਲਦੇ ਸਨ, ਉਹਦੇ ਵਿੱਚ ਵੀ ਲਾਲ ਸ਼ਾਰੇ ਬਲਣ ਲੱਗ ਪੈਂਦੇ। ਬਈ ਇੱਕ ਹਿਸਾਬ ਦੇ ਐਵੇਂ ਸਮਝ ਜਿਵੇਂ ਉਹ ਦਿਮਾਗ ਖਰਾਬ ਹੋ ਜਾਂਦਾ ਹੈ ਬਈ ਨਾ ਉਹ ਉੱਤੇ ਕਰਨ ਜੱਗਾ ਨਾ ਥੱਲੇ ਜਾਣ ਕਿ ਜਿੱਥੇ ਲਗਾ ਜਾ ਰਿਹਾ। ਫਿਰ ਮੈਂ ਉਹ ਸਾਜਿਦ ਸਾਹਿਬ ਨਾਲ ਰਾਬਤਾ ਕੀਤਾ ਕਿ ਸਰ ਮੈਨੂੰ ਇਹ ਚੇਂਜ ਕਰ ਦਿਓ। ਉਹਨਾਂ ਕਿਹਾ ਵੀ ਠੀਕ ਹੈ ਚੇਂਜ। ਹੁਣ ਇਹ ਚੱਲਦੀ ਵੀ ਤਕਰੀਬਨ ਬੜੀ ਫਸਟ ਕਲਾਸ ਠੀਕ ਚੱਲ ਰਹੀ। ਠੀਕ ਹੋ ਗਿਆ ਜੀ। ਅੱਛਾ ਇਸ ਤੋਂ ਬਾਅਦ ਜਿਹੜਾ ਨਾ ਕਪਲ ਵੀ ਮੇਰਾ ਖਿਆਲ ਹੈ ਉਹ ਤੁਸੀਂ ਲਗਵਾਏ ਹੋਏ ਨੇ ਦੂਸਰੇ ਜਿਹੜੇ ਈਜ਼ੀ ਖੁੱਲ ਜਾਂਦੇ ਨੇ। ਹਾਂਜੀ ਈਜ਼ੀ ਖੁੱਲ ਜਾਂਦੇ ਨੇ ਤੇ ਈਜ਼ੀ ਲੱਗ ਜਾਂਦੇ ਨੇ। ਉਹ ਕਸਨ ਕੁਸਨ ਵਾਲਾ ਰੋਲਾ ਕੋਈ ਨਹੀਂ ਹੈ। ਕੋਈ ਨਹੀਂ ਹੈ, ਝਟਪਟ ਦਾ ਕੰਮ ਹੈ। ਆਹ ਕੀ ਬਾਤ ਹੈ। ਲਓ ਜੀ ਅਲੱਗ ਹੋ ਗਿਆ ਤੇ ਇਹ ਲੱਗ ਗਿਆ। ਹਾਂ ਇਹ ਤੇ ਇਹ ਚ ਵੀ ਜਿਹੜੀ ਆ ਉਹ ਵੀ ਐਡਜਸਟਮੈਂਟ ਵਾਲੀ ਦਿੱਤੀ ਹੈ। ਇਹ ਬੜੀ ਜ਼ਬਰਦਸਤ ਹੈ। ਹੁਣ ਅਕਸਰ ਉਹ ਜਿਹੜਾ ਸਾਦਾ ਕਰਾ ਸੀ ਉਹਦੇ ਚ ਜੀ ਕਿਉਂ ਫਰਕ ਪੈਂਦਾ ਸੀ। ਬਾਜ਼ ਦਫਾ ਸਾਨੂੰ ਇਹ ਜਿਹੜੀਆਂ ਪਲੇਟਾਂ ਨੇ ਇਹ ਸਾਨੂੰ ਖੋਲ ਕੇ ਕਰਨੀਆਂ ਪੈਂਦੀਆਂ ਸਨ। ਅੱਛਾ ਇਹ ਪਲੇਟਾਂ ਜਿਹੜੀਆਂ ਅੰਦਰ ਪਲੇਟਾਂ ਨੇ ਇਹ ਖੋਲ ਕੇ ਸਾਨੂੰ ਨੀਵੇਂ ਕਰਨੀਆਂ ਪੈਂਦੀਆਂ। ਹੁਣ ਸਾਨੂੰ ਅਸੀਂ ਟਰੈਕਟਰ ਸਟਾਰਟ ਕਰੀਦਾ। ਠੀਕ ਹੋ ਗਿਆ। ਇਧਰੋਂ ਪਿੰਨ ਕੱਢੀ ਦੀ, ਇਹਨੂੰ ਉਠਾਓ ਤਾਂ ਜਿੱਥੇ ਮਰਜ਼ੀ ਕਰ ਲਈਏ। ਅੱਛਾ ਯਾਨੀ ਕਿ ਉਕੜੂ ਸੇਵਾ ਇੱਥੋਂ ਵੀ ਹੋ ਜਾਂਦਾ। ਸਹੀ। ਫਿਰ ਹੁਣ ਮੈਂ ਚਲਾਉਂਦਾ ਰਿਹਾ, ਮੈਂ ਇੱਥੇ 2 ਦਿਨ ਚਲਾਇਆ ਜੀ ਇਸ ਸੁਰਾਖ ਤੇ ਜੀ। ਇੱਥੇ ਚਲਾਇਆ, ਇੱਥੇ ਪਿੱਛੋਂ ਤਕਰੀਬਨ ਚੜ ਜਾਂਦਾ ਹੈ ਤੇ ਇਹਦੇ ਨਾਲ ਨਹੀਂ ਲੱਗਦਾ। ਸਹੀ। ਅਗਰ ਜਿੱਥੇ ਹੁਣ ਚੱਲਦਾ ਪਿਆ ਮੇਰਾ ਇਸ ਪਿੰਡ ਤੇ ਇਸ ਰਾਹ ਤੇ, ਇਹ ਅਗਰ ਮੈਂ ਨਾਲੀ ਤੇ ਵੀ ਪਿਛਲੇ ਚਲਾਵਾਂ ਤੇ ਇਹ ਚੀਜ਼ ਇੱਥੋਂ ਨਾਲ ਲੱਗਦੀ। ਸਹੀ। ਬਸ ਇੰਦਾ ਹੈ। ਬਾਕੀ ਯਾਸਰ ਭਾਈ ਇੱਕ ਹੋਰ ਵੀ ਦੱਸੋ ਵੀ ਤੁਸੀਂ ਉਹਨਾਂ ਕੋਲ ਦੇਖੇ ਹੋਣੇ ਨੇ ਮਲਟੀ ਲੇਜ਼ਰ ਉੱਥੇ ਸ਼ੋਰੂਮ ਤੇ ਕਿ ਜਿੱਥੇ ਕਿਰਾਏ ਬਣ ਰਹੇ ਨੇ,
ਕਿ ਹੁਣ ਉਹਨਾਂ ਨੇ 6 ਟਾਇਰ ਵਾਲਾ ਵੀ ਲੇਜ਼ਰ ਕਿਰਾਇਆ ਬਣਾ ਦਿੱਤਾ ਹੈ। ਤੁਸੀਂ ਕੀ ਕਹਿੰਦੇ ਹੋ, ਉਹਦਾ ਵੀ ਕੋਈ ਫਾਇਦਾ ਹੈ ਜਾਂ ਕਿ ਉਹ ਟਾਇਰਾਂ ਦਾ ਕੋਈ ਫਾਇਦਾ ਨਹੀਂ? ਉਹਦਾ ਫਾਇਦਾ ਹੈਗਾ, ਕਿਉਂਕਿ ਜਿੰਨਾ ਜ਼ਿਆਦਾ ਚੌੜਾ ਹੁੰਦਾ, ਜੇ ਅਗਰ ਇਹਨਾਂ ਟਾਇਰਾਂ ਤੇ ਰੱਖੀਏ ਨਾ ਆਸਫ ਬਈ, ਸਹੀ, ਇਹਦੇ ਚੋਂ ਡੋਲ ਜ਼ਿਆਦਾ ਮਾਰੇ ਦਾ, ਯਾਨੀ ਕਿ ਅਗਰ ਟਰੈਕਟਰ ਟੋਰਨੇ ਆ ਨਾ ਅਸੀਂ, ਉਹ 12 ਫੁੱਟ ਹੈ, ਸਹੀ, ਉਹਦੇ ਚ ਟੋਰਨੇ ਆ ਤੇ ਕਿਰਾਇਆ ਡੋਲ ਮਾਰੇ ਦਾ ਜੀ। ਹਾਲਾਂਕਿ ਕਵਰ ਕਰਨ ਦੇ, ਲੇਕਿਨ ਉਹਦੇ ਕਵਰ ਚ ਨਹੀਂ ਆਉਣਾ, ਕਿਉਂਕਿ ਇਹ ਚੀਜ਼ ਲੱਗਣੀ ਫਿਰ ਇਹ ਬਾਹਰਲੀ ਸਾਈਡ। ਇਹ ਯਾਸਰ ਭਾਈ ਕਿੰਨੇ ਫੁੱਟ ਹੈ? ਇਹ 8 ਫੁੱਟ ਹੈ। ਅੱਛਾ, 8 ਫੁੱਟ ਨੂੰ 4 ਕੰਟਰੋਲ ਕਰ ਜਾਂਦੇ ਨੇ? ਹਾਂ, ਕਰ ਬੜੇ ਈਜ਼ੀ ਹੋ ਕਰ ਜਾਂਦੇ ਨੇ। 12 ਨੂੰ 4 ਟਾਇਰ ਐਵੇਂ ਕੰਟਰੋਲ ਨਹੀਂ ਕਰ ਸਕਦੇ? ਬੜਾ ਭਾਜੀ, ਮੈਂ ਤਾਂ ਸਾਦਾ ਲੈ ਗਿਆ, ਮੈਂ ਉਹਨਾਂ ਦੇ ਅੱਗੇ ਮੈਂ ਮਲਟੀ ਲਾਈਨ ਚਲਾਇਆ। ਸਹੀ। ਇਹ ਜਨਾਬ ਮੈਂ ਦੀਪਾਲਪੁਰ ਤੋਂ ਰੱਖ ਕੇ ਤੇ ਪਾਕਿਸਤਾਨੀ ਪੁਲ ਤੱਕ ਮੈਂ 4 ਤੋਂ 5 ਦਫਾ ਵੇਖਿਆ ਪਿੱਛੇ ਪਹੁੰਚ ਕੇ, ਵੀ ਇੰਜ ਲੱਗਦਾ ਜਿਵੇਂ ਮੈਂ ਕਰਾਇਆ ਹੀ ਕੋਈ। ਅੱਛਾ, ਵੀ ਉਹ ਜੰਪ ਚ ਖਤਮ ਹੋ ਗਿਆ। ਅਕਸਰ ਉਹ ਕੋਈ ਜੰਪ ਲੱਗਣਾ ਤੇ ਹੁੱਕ ਤੇ ਸੱਟ ਪੈਂਦੀ। ਸਹੀ ਹੋ ਗਿਆ। ਡਰਾਈਵਰ ਨੂੰ ਮਹਿਸੂਸ ਹੁੰਦਾ ਵੀ ਉਹ ਜੰਪ ਜਿਹੜਾ ਲੱਗਦਾ ਸੀ ਉਹ ਟਾਇਰ ਕਰ ਜਾਂਦੇ ਸੀ। ਹੁਣ ਕਣਕ ਦੀ ਚੱਲ ਰਹੀ ਹੈ ਕਟਾਈ, ਉਹਦੇ ਤੇ ਆਣ ਕੇ ਜਿੱਥੇ ਮਰਜ਼ੀ ਡਿੱਲਾਂ ਦੇ ਫਿਰ ਉਹ ਡਿੱਲਾਂ ਨੇ ਐਵੇਂ ਫੇਰਦਾ ਜਿਵੇਂ ਉੱਤੇ ਰੂਲਾ ਚੜਾ ਦੀਦਾ। ਯਾਸਰ ਭਾਈ, ਇਹਦਾ ਟਾਈਮ ਦਾ ਵੀ ਕੋਈ ਫਰਕ ਪਿਆ ਹੈ? ਵੀ ਫਰਕ ਦਿਖ ਰਿਹਾ ਇਹਨਾਂ ਨੂੰ ਵੀ ਜਲਦੀ ਇਹ ਫਰਕ ਪੈ ਗਿਆ। ਟਰੈਕਟਰ ਤਕਰੀਬਨ ਅੱਗੇ ਮੈਂ 55 ਮਿੰਟਾਂ ਚ, ਘੰਟੇ ਚ 55 ਮਿੰਟਾਂ ਚ, ਹੁਣ ਮੈਂ ਚੈੱਕ ਥਰੂ ਕੇ ਮਸੇ ਕਰੀ ਦੇ ਪੁੱਠੇ ਸਿੱਧੇ ਬੜੇ। ਉਹ ਤਾਂ ਕੈਰੇਜ ਵਾਲੇ ਦਾ ਨੁਕਸਾਨ ਨਾ ਹੋ ਗਿਆ? ਆ ਯਾਰ ਉਹ ਹੌਲਾ ਤੋਂ ਚੱਲਦਾ ਹੈ। ਅੱਛਾ। ਤੇ ਲੇਕਿਨ ਮੇਰੀ ਆਦਤ ਹੈ ਵੀ ਜਿਹੜੀ ਨਾ ਮੈਂ 13-14 ਦੀ ਰੇਸ ਰੱਖ ਦਿੰਦਾ, ਜਿੱਥੇ ਸਹੀ ਜ਼ਿਮੀਦਾਰ ਨੂੰ ਨੁਕਸਾਨ ਨਾ ਆਵੇ ਤੇ ਪਿੱਛੇ ਸਾਨੂੰ ਨਾ ਕੋਈ ਨੁਕਸਾਨ ਹੋਵੇ। ਸਹੀ ਹੋ ਗਿਆ। ਔਰ ਇਹਦਾ ਕੋਈ ਨੁਕਸਾਨ ਨਹੀਂ, ਲੇਕਿਨ ਜਿੰਨੇ ਵੈਸੇ ਲੇਜ਼ਰ ਜਿਹੜਾ ਨਾ, ਵੈਸੇ ਜਿੰਨਾ ਮੱਠਾ ਚਲਾਈਏ ਉਹਨਾਂ ਲੈਵਲ ਅੱਛਾ ਹੁੰਦਾ ਹੈ। ਲੈਵਲ ਇਹੋ ਹੀ ਕਈ ਡਰਾਈਵਰ ਨੇ ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਨਾ ਸਲੋ ਚਲਾਉਣ ਦੀ ਨਹੀਂ, ਕਿ ਬੇਈਮਾਨੀ, ਕੋਈ ਬੇਈਮਾਨੀ ਨਹੀਂ। ਜਿੰਨਾ ਸਲੋ ਚਲਾਵੋ। ਖੁਦ ਦਾ ਤਜਰਬਾ, ਮੈਂ ਤੀਸਰੇ ਹਾਈ ਚ ਚਲਾਇਆ। ਇੱਕ ਟਿੱਬੀ ਤੋਂ ਮੈਂ 4 ਵਾਰੀ ਲੰਘਾਇਆ। ਕੀ ਬਾਤ। ਟਿੱਬੀ ਤੋਂ ਲੰਘ ਜਾਂਦਾ ਸੀ, ਪਿੱਛੋਂ ਆਂਦਾ ਬਹਿੰਦਾ ਉਹਨੇ ਦੇਰ ਲੰਘ ਜਾਂਦਾ ਸੀ। ਇਹ ਮਤਲਬ ਤੁਹਾਡਾ ਤਜਰਬੇ ਦੇ ਵਿੱਚੋਂ ਚੀਜ਼ ਗੁਜ਼ਰੀ? ਹਾਂਜੀ ਬਿਲਕੁਲ, ਇਹ ਜਿਹੜੀ ਸਹੀ ਗੱਲ ਹੈ, ਉਹ ਜੈਨੂਇਨ ਗੱਲ ਹੈ। ਤੇ ਉਹ ਟਿੱਬੀ ਤੋਂ ਹੀ ਮੈਂ 2 ਕਿਰਾਏ ਭਰ ਕੇ ਲੱਗੀਆਂ ਤੇ ਚੰਗੇ ਭਰ ਕੇ ਲੱਗੀਆਂ। ਸਹੀ ਹੋ ਗਿਆ, ਬਿਲਕੁਲ ਠੀਕ। ਸਿਰਫ ਕੀ ਅਗਰ ਜਿੰਨਾ ਸਾਡਾ ਸਲੋ ਟੁਰੇਦਾ, ਇੱਕ ਤਾਂ ਜਿੱਥੇ ਨੇ ਮਿੱਟੀ ਸੱਟਣੀ ਉੱਥੇ ਸੱਟ ਦੇਦਾ, ਠੀਕ ਹੋ ਗਿਆ, ਤੇ ਜਿੱਥੇ ਨੇ ਚੁੱਕਣੀ ਉੱਥੇ ਚੁੱਕੇ ਦਾ। ਅਗਰ ਅਸੀਂ ਸਪੀਡ 'ਚ ਕਰਾਂਗੇ, ਕੀ ਖਿਆਲ ਇਹਦੇ 'ਚ ਗੇਅਰ ਕੋਈ ਨਹੀਂ ਹੈਗੇ, ਜਾਂ ਟੁਰਦਾ ਨਹੀਂ ਦਾ, ਜਾਂ ਡੀਜ਼ਲ ਨਹੀਂ ਪੀਂਦਾ, ਖਿਚਾਈ ਵੀ ਕਰਦਾ, ਡੀਜ਼ਲ ਵੀ ਪੀਂਦਾ, ਇਹਦੇ 'ਚ ਗੇਅਰ ਵੀ ਹੈਗੇ ਨੇ। ਲੇਕਿਨ ਜਿਹੜਾ ਸਹੀ ਅਸੂਲਨ ਤਰੀਕਾ ਹੈ ਨਾ, ਟਾਇਰਾਂ ਦੀ ਵਾਹ 9 ਤੋਂ 10 ਹੋਣੀ ਚਾਹੀਦੀ ਪਿਛਲਿਆਂ ਦੀ, ਸਹੀ, ਤੇ ਫਿਰ ਭਾਜੀ ਇਹਦਾ ਤੇ ਟਰੈਕਟਰ ਦਾ ਸਵਾਦ ਆਉਂਦਾ। ਠੀਕ ਹੋ ਗਿਆ। ਉਹਦੇ 'ਚ ਟਾਇਰ ਚੌੜਾ ਹੋ ਜਾਂਦਾ, ਖਿਚਾਈ ਜ਼ਿਆਦਾ ਕਰਦਾ ਤੇ ਸਕੂਨ ਨਾਲ ਟੁਰਦਾ। ਅੱਛਾ ਯਾਸਰ ਭਾਈ, ਆਪਣੇ ਲੇਜ਼ਰ ਤੇ ਕਿਹੜਾ ਇਸਤੇਮਾਲ ਕੀਤਾ ਹੈ, ਤੇ ਚੰਗਾ ਲੇਜ਼ਰ ਤੇ ਟਰੈਕਟਰ ਕਿਹੜਾ ਚੱਲਦਾ? ਚੰਗਾ ਰੂਸੀ ਸਹੀ ਚੱਲਦਾ। ਰੂਸੀ ਸਹੀ ਚੱਲਦਾ, ਠੀਕ ਹੈ। ਵੀ ਖਰਚਾ ਵੀ ਮੁਨਾਸਬ ਹੈ ਉਹਦੀ, ਇੱਕ ਤਾਂ ਸਪੀਡ, ਤੇ ਫਿਰ ਉਹ ਕੰਟਰੋਲ ਬੜਾ ਬਿਹਤਰੀਨ ਕਰਦਾ। ਠੀਕ ਹੋ ਗਿਆ। ਉਹਦਾ ਪੰਪ ਹੈਵੀ। ਸਹੀ ਹੋ ਗਿਆ। ਤੇ ਇਹ ਤਾਂ ਅਗਰ 85 ਵੀ ਆਪਣੀ ਜਗ੍ਹਾ ਤੇ ਠੀਕ ਹੈ, ਲੇਕਿਨ ਅਗਰ ਇਹਨੂੰ weight ਮਗਰ ਦਿੱਤੇ ਜਾਣ ਜਾਂ ਇਹਨੂੰ ਵਜ਼ਨ ਮਗਰ ਦਿੱਤਾ ਜਾਵੇ, ਤਕਰੀਬਨ ਠੀਕ ਹੈ। ਅੱਗ ਜਾਵੇ ਤੇ ਲੱਤਾਂ ਮਾਰਨ ਲੱਗ ਪੈਂਦਾ। ਅੱਛਾ, ਜਿਹੜਾ ਉਹ ਮਲਟੀ ਲੇਜ਼ਰ ਵਾਲਿਆਂ ਨੇ ਵੱਡਾ ਕਿਰਾਇਆ ਬਣਾਇਆ ਆਪਣਾ 12 ਫੁੱਟ ਤੁਸੀਂ ਦੱਸ, ਉਹ ਸਕਦਾ ਹੈ 85 ਚਲਾ ਸਕਦਾ ਹੈ? ਹਾਂ, ਤੁਸੀਂ ਇਹ ਉਹਨੂੰ 85 ਵੀ ਚਲਾ ਸਕਦਾ। ਅਗਰ ਉਹਨੂੰ ਇਸ ਤਰ੍ਹਾਂ 85 ਚਲਾ ਸਕਦਾ ਹੈ, ਪਹਿਲੇ ਰੰਬੜ ਤੇ ਬੋਝ ਮਹਿਸੂਸ ਕਰੇਗਾ, ਕਜਾ ਇੱਕ 12 ਫੁੱਟ, ਕਜਾ ਇੱਕ 4 ਫੁੱਟ। ਉਹ ਐਡਜਸਟ ਹੈ, ਉਹਨੂੰ ਛੋਟਾ ਕਰ ਲੈਣਾ ਚਾਹੀਦਾ। ਬਿਲਕੁਲ, ਉਹਨੂੰ ਪਹਿਲੇ ਰੰਬੜ ਤੇ ਨਾ ਐਡਜਸਟ ਕਰ, ਕਿਉਂਕਿ ਦੂਸਰੇ ਰੰਬੜ ਤੇ ਸਾਡਾ ਤਕਰੀਬਨ ਸਾਨੂੰ 75% ਲੈਵਲ ਮਿਲ ਜਾਂਦਾ। ਸਹੀ, ਕਿਉਂਕਿ ਲੈਵਲ ਪਹਿਲੇ ਰੰਬੜ ਦੀ ਹੁੰਦਾ ਹੈ। ਜੇਕਰ ਪਹਿਲੇ ਰੰਬੜ ਅਸੀਂ ਪੋਲਾ ਬਣ ਲਾਂਗੇ ਤੇ ਉਹ ਜ਼ਿਮੀਦਾਰ ਨੂੰ ਨੁਕਸਾਨ ਹੈ, ਸਾਡਾ ਫਾਇਦਾ। ਲੇਕਿਨ ਨਹੀਂ, ਖੁਦਾ ਵੇਂਦਾ ਪਿਆ, ਜ਼ਿਮੀਦਾਰ ਨਹੀਂ ਹੁੰਦਾ। ਲੇਕਿਨ ਕੰਮ ਉਹ ਕਰੋ ਜਿੰਦੇ, ਗੱਲ ਉਹ ਕਰੋ ਜਿੰਦੇ ਚ ਖੁਦਾ ਰਾਜ਼ੀ ਹੋਵੇ। ਤੁਸੀਂ ਜੰਤੀ ਸਾਹਿਬ ਅਲਹਮਦੁਲਿਲਾ ਲੋਕਾਂ ਨੇ ਲੇਜ਼ਰ ਰੱਖ ਲਏ ਨੇ। ਮੈਂ ਹੁਣ ਵੀ ਤਕਰੀਬਨ 6-6 ਘੰਟੇ ਫਿਰ ਹੁਣ ਤੁਸੀਂ ਚਲਾਓ, ਸਾਨੂੰ ਚਲਾ ਕੇ ਦਿਖਾਓ। ਨਾਲੇ ਫਿਰ ਵੇਖਣਾ ਆਸਫ ਭਾਈ ਜੀ, ਮੋਟਰਸਾਈਕਲ 125 ਕਿੱਕ ਵਾਲਾ ਵੀ ਹੈਗਾ। ਅੱਛਾ, ਉਹ ਵੀ ਤਾਂ 125 ਹੀ। ਹਾਂ ਹਾਂ, ਅਗਰ ਅਸੀਂ ਸੈਲਫ ਸਟਾਰਟ ਲੈ ਲੈਂ ਤਾਂ ਉਹ ਵੀ 125 ਹੀ। ਜੀ ਜੀ, ਸਿਰਫ ਕੀ ਇੱਕ ਥੋੜਾ ਜਿਹਾ ਬੰਦਾ ਸੌਖਾ ਹੋ ਜਾਂਦਾ ਹੈ। ਸਹੀ, ਇਹ ਵੀ ਕਿਰਾਇਆ, ਸਾਡਾ ਵੀ ਕਿਰਾਇਆ। ਸਹੀ ਹੋ ਗਿਆ। ਗੱਲਾਂ ਤਾਂ ਮੁਖਤਲਿਫ ਜਿਹੀ ਨੇ, ਹੋਰ ਇਹਨਾਂ ਜਿੰਨਾ ਕੁਝ ਪਾਈ ਜਾਵਾਂਦੇ ਪੈਂਦਾ ਜਾਏਗਾ, ਜਿੰਨਾ ਕੁਝ ਕੱਢੀ ਜਾਂਦਾ ਨਿਕਲਦਾ ਜਾਏਗਾ। ਠੀਕ ਹੋ ਗਿਆ, ਬਹੁਤ ਸ਼ੁਕਰੀਆ।